सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਨਤੀਸ਼ ਕੁਮਾਰ ਦਾ ਦਿੱਲੀ ਦੌਰਾ ਬੜਾ ਚਰਚਾ ਰਿਹਾ ਪਿਛਲੇ ਦਿਨਾਂ 'ਚ। ਉਹ 3 ਦਿਨਾਂ ਦੇ ਦਿੱਲੀ ਦੌਰੇ ਤੇ ਆਏ ਸੀ ਤੇ ਉਹਨਾਂ ਦਾ ਮੁੱਖ ਉਦੇਸ਼ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਮੰਚ ਤੇ ਲਿਆ ਕੇ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ, ਭਾਰਤੀ ਜਨਤਾ ਪਾਰਟੀ ਨੂੰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਚੁਣੌਤੀ ਦੇਣ ਦੇ ਲਈ ਇੱਕ ਮੈਦਾਨ ਤਿਆਰ ਕਰਨਾ ਸੀ। ਉਹਨਾਂ ਨੇ ਇਸ ਸਮੇਂ ਦੌਰਾਨ ਵੱਖ-ਵੱਖ ਜਿਹੜੇ ਖੇਤਰੀ ਪਾਰਟੀਆਂ ਸੀ, ਕੌਮੀ ਪਾਰਟੀਆਂ ਸੀ, ਖੱਬੀਆਂ ਪਾਰਟੀਆਂ ਸੀ, ਉਹਨਾਂ ਸਾਰਿਆਂ ਨੇਤਾਵਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ CPM ਦੇ ਸੀਤਾਰਾਮ ਯੇਚੁਰੀ, CPI ਦੇ ਡੀ ਰਾਜਾ, NCP ਦੇ शरद पवार, CPI-ML ਦੇ दीपंकर भट्टाचार्य, आम आदमी पार्टी ਦੇ केजरीवाल और ओम प्रकाश चौटाला ਤੇ ਹੋਰ ਆਗੂ ਜਿਹੜੇ ਹੈ ਉਹਨਾਂ ਨਾਲ ਉਹਨਾਂ ਨੇ ਮੁਲਾਕਾਤ ਕਰਕੇ ਇੱਕ ਮਾਹੌਲ ਜਿਹੜਾ ਹੈ ਬਣਾ ਦਿੱਤਾ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਇਹਨੂੰ ਥਰਡ ਫਰੰਟ ਕਹਿੰਦਾ, ਕੋਈ ਹੋਰ ਕਹਿੰਦਾ। ਉਹ ਕਹਿੰਦਾ ਜੀ ਸਭ ਤੋਂ ਮੇਨ ਫਰੰਟ ਜਿਹੜਾ ਉਹ ਇਹੀ ਹੋਏਗਾ। ਔਰ ਉਸ ਦੇ ਲਈ ਅੱਜ ਸ਼ਾਮ ਹੀ ਮਮਤਾ ਬੈਨਰਜੀ ਨੇ ਵੀ ਜਿਹੜੀਆਂ ਖਬਰਾਂ ਆਈਆਂ ਉਹਨਾਂ ਵਿੱਚ ਇਹ ਗੱਲ ਕਹੀ ਹੈਗੀ ਹੈ ਕਿ ਉਹ ਵੀ ਨਤੀਸ਼ ਕੁਮਾਰ ਔਰ ਸੋਰੇਨ ਨਾਲ, ਝਾਰਖੰਡ ਦੇ ਜਿਹੜੇ ਮੁੱਖ ਮੰਤਰੀਆਂ ਨਾਲ ਮਿਲ ਕੇ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਮੰਚ ਤੇ ਲਿਆਉਣਗੇ। ਸੋ ਇਹ ਸਾਰੀ ਸਥਿਤੀ ਜਿਹੜੀ ਬਣੀ ਹੈ, ਇੱਕ ਪੱਖ ਤਾਂ ਇਹ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਭਾਰਤ ਜੋੜੋ ਯਾਤਰਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਕੰਨਿਆ ਕੁਮਾਰੀ ਤੋਂ। ਔਰ ਉਸ ਦੇ ਵਿੱਚ 119 ਜਿਹੜੇ ਆ ਉਹਨਾਂ ਦੇ ਯਾਤਰੀ ਨੇ ਪੱਕੇ, ਔਰ ਬਾਕੀ ਯਾਤਰੀ ਜਿਹੜੇ ਰਸਤੇ 'ਚ ਮਿਲਦੇ ਜਾਣਗੇ। ਔਰ ਉਹਨਾਂ ਦੇ ਵਿੱਚ ਖਾਸ ਗੱਲ ਇਹ ਹੈ ਕਿ ਸਿਵਲ ਸੁਸਾਇਟੀ ਦੇ ਜਿਹੜੇ ਵੱਖ-ਵੱਖ ਗਰੁੱਪ ਹੈ ਉਹ ਉਹਨਾਂ ਦੇ ਨਾਲ ਸ਼ਾਮਲ ਹੈ। ਔਰ ਜਦੋਂ ਯਾਤਰਾ ਸ਼ੁਰੂ ਹੋਈ ਤਾਂ ਉੱਥੇ ਲੋਕਾਂ 'ਚ ਉਤਸ਼ਾਹ, ਤਾਂ ਯਾਤਰਾ ਨੂੰ ਹੁੰਗਾਰਾ ਬਹੁਤ ਭਰਵਾਂ ਸੀ। ਇਹ ਦੋਨਾਂ ਗੱਲਾਂ ਤੇ ਅਸੀਂ ਚਰਚਾ ਕਰਾਂਗੇ। ਉਹ ਇਸ ਕਰਕੇ ਦੋਨਾਂ ਗੱਲਾਂ ਨੂੰ ਇਕੱਠਿਆਂ ਅਸੀਂ ਚਰਚਾ 'ਚ ਲੈ ਰਹੇ ਹਾਂ ਕਿਉਂਕਿ ਇਹ ਦੋਨੋਂ ਗੱਲਾਂ ਦਾ ਉਦੇਸ਼ ਤੇ ਨਿਸ਼ਾਨਾ ਇੱਕ ਹੀ ਹੈ ਕਿ ਦੇਸ਼ ਦੇ ਅੰਦਰ ਜਿਹੜਾ ਮਾਹੌਲ ਹੈ ਉਸ ਦੇ ਖਿਲਾਫ ਜਿਹੜੀ ਲੋਕਾਂ ਦੇ ਵਿੱਚ ਬੇਚੈਨੀ ਹੈ, ਪਰੇਸ਼ਾਨੀ ਹੈ, ਲੋਕਾਂ ਦੇ ਜਿਹੜੇ ਬੁਨਿਆਦੀ ਮੁੱਦੇ ਹੈ ਉਹਨਾਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਹਾਰ ਦੇਣ ਦੇ ਲਈ 2024 ਲਈ ਜਿਹੜਾ ਇੱਕ ਮੰਚ ਤਿਆਰ ਕਰਨ ਦਾ ਹੈ। ਇਸ ਕਰਕੇ ਅਸੀਂ ਇਹਨਾਂ ਦੋਨਾਂ ਮੁੱਦਿਆਂ ਨੂੰ, ਦੋਨਾਂ ਮਸਲਿਆਂ ਨੂੰ, ਦੋਨਾਂ ਸਵਾਲਾਂ ਨੂੰ ਇਕੱਠੇ ਲੈ ਕੇ ਹੀ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਕੌਮੀ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਦੇ ਆ। ਉਹਨਾਂ ਦਾ ਇਸ ਬਾਰੇ ਇੱਕ ਆਪਣਾ ਅਧਿਐਨ ਹੈ, ਉਹਨਾਂ ਦੀ ਇੱਕ ਆਪਣੀ ਰਾਏ ਹੈ ਕਿ ਜੋ ਕੁਝ ਹਿੰਦੁਸਤਾਨ ਦੇ ਵਿੱਚ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਤੁਹਾਨੂੰ ਤਸਵੀਰ ਨਜ਼ਰ ਆਉਂਦੀ ਸੀ, ਉਹ ਤਸਵੀਰ ਜਿਹੜੀ ਹੈ ਬਦਲਦੀ ਹੋਈ ਦਿਸ ਰਹੀ ਹੈ। ਔਰ ਉਸ ਦਿਸ਼ਾ ਵਿੱਚ ਜਿਹੜੀਆਂ ਵੱਖ-ਵੱਖ ਜਿਹੜੀਆਂ ਤਾਕਤਾਂ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਚਾਨਾ ਜੀ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਸ਼ੁਕਰੀਆ ਜੀ ਜੰਡੂ ਸਾਹਿਬ। ਚਾਨਾ ਜੀ, ਕਿਸ ਤਰ੍ਹਾਂ ਲੱਗਦਾ? ਇੱਕ ਪਾਸੇ ਤਾਂ ਨਤੀਸ਼ ਕੁਮਾਰ ਉਹਨੇ ਦਿੱਲੀ ਆ ਕੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਜਿਹੜੀ ਮੁਖੀ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਗਏ ਹੈ, ਜਿਹੜੀ ਦੇਸ਼ ਵਿੱਚ ਰਾਜਸੀ ਸਥਿਤੀ ਹੈ, ਤੇ ਦੂਸਰੇ ਪਾਸੇ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਤੇ ਉਹਦੇ ਵਿੱਚ ਜਿਹੜੀ ਖਾਸ ਗੱਲ ਹੈ ਕਿ ਜਿਹੜੇ ਬਹੁਤ ਸਾਰੇ ਸਿਵਲ ਸੁਸਾਇਟੀ ਦੇ ਗਰੁੱਪ ਹੈ ਉਹ ਉਹਨਾਂ ਦੇ ਨਾਲ ਉਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਔਰ ਚੱਲ ਰਹੇ ਆ। ਸੋ ਇਹ ਸਾਰੀ ਸਥਿਤੀ ਜਿਹੜੀ ਬਣੀ ਹੈਗੀ ਹੈ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਸੀਂ ਇਸ ਦੇ ਕੀ ਅਰਥ ਲੈਂਦੇ ਹੋ ਤੇ ਇਹ ਸਾਡੇ ਦੇਸ਼ ਦਾ ਜਿਹੜਾ ਰਾਜਸੀ ਦ੍ਰਿਸ਼ ਹੈ ਉਸ ਵਿੱਚ ਕੀ ਭੂਮਿਕਾ ਅਦਾ ਕਰਨ ਜਾ ਰਹੀਆਂ? ਜੰਡੂ ਸਾਹਿਬ, ਅੱਜ ਦੇ ਜਿਸ ਪੜਾਅ ਦੇ ਵਿੱਚੋਂ ਦੀ ਇਹ ਦੇਸ਼ ਗੁਜ਼ਰ ਰਿਹਾ ਉਹਦੇ ਵਿੱਚ ਇਹ ਦੋਵੇਂ ਹੀ ਗੱਲਾਂ ਜਿਹੜੀਆਂ ਉਹ ਬਹੁਤ ਹੀ ਇਤਿਹਾਸਕ ਨੇ, ਬਹੁਤ ਮਹੱਤਵਪੂਰਨ ਨੇ। ਜੋ ਕੁਛ ਨਤੀਸ਼ ਕੁਮਾਰ ਦੀਆਂ ਸਰਗਰਮੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ, ਖਾਸ ਕਰਕੇ ਜਿਹੜਾ ਉਹਨਾਂ ਦਾ ਦਿੱਲੀ ਦਾ ਦੌਰਾ ਹੈ, ਵੱਖਰੀਆਂ ਵੱਖਰੀਆਂ ਜਿਹੜੀਆਂ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੋਈਆਂ,
ਉਹ ਇਨਕਲੂਡਿੰਗ ਕਾਂਗਰਸ ਪਾਰਟੀ, ਉਹ ਰਾਹੁਲ ਗਾਂਧੀ ਨੂੰ ਵੀ ਮਿਲੇ। ਔਰ ਉਹ ਤੋਂ ਇਲਾਵਾ ਜਿਹੜਾ ਕਾਂਗਰਸ ਨੇ ਪਹਿਲਾਂ ਹੀ ਅਸਲ ਦੇ ਵਿੱਚ ਫੈਸਲਾ ਕੀਤਾ ਹੋਇਆ ਸੀਗਾ ਇਹ ਯਾਤਰਾ ਕਰਨ ਦਾ, ਉਹਦਾ ਆਰੰਭ ਹੋਣਾ ਤੇ ਉਸ ਤੋਂ ਪਹਿਲਾਂ ਜਿਹੜਾ ਰੈਲੀ ਹੋਣੀ ਰਾਮਲੀਲਾ ਮੈਦਾਨ ਦੇ ਵਿੱਚ ਕਾਂਗਰਸ ਦੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਇੱਕ 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 ਨਜ਼ਰੀਏ ਤੋਂ ਜੇ ਦੇਖੀਏ ਤਾਂ ਇਹ ਇੱਕ ਬਹੁਤ ਵੱਡੀ ਤਬਦੀਲੀ ਦਾ ਸੰਕੇਤ ਨੇ, ਜਿਹੜਾ ਤਬਦੀਲੀ ਅਸੀਂ ਇਹ ਜਾਂ ਇਹ ਦੇਸ਼ ਦੇ ਲੋਕ ਹੈ ਜਿਹੜੇ ਵਿਜ਼ੂਅਲਾਈਜ਼ ਕਰਦੇ ਸੀ, ਪਰ ਉਹਨਾਂ ਨੂੰ ਕੁਝ ਉਮੀਦ ਨਜ਼ਰ ਨਹੀਂ ਸੀ ਆਉਂਦੀ। ਹੁਣ ਇਹ ਇੱਕਦਮ ਦੋਵੇਂ ਚੀਜ਼ਾਂ ਇੱਕੋ ਦਮ ਸ਼ੁਰੂ ਹੋਈਆਂ। ਔਰ ਸਭ ਤੋਂ ਵੱਧ ਜਿਹੜੀ ਮਹੱਤਵਪੂਰਨ ਚੀਜ਼ ਹੈਗੀ ਆ ਉਹ ਹੈ ਨਤੀਸ਼ ਕੁਮਾਰ ਦਾ ਜਿਹੜਾ ਸਰਗਰਮੀ ਦੇ ਵਿੱਚ ਆਉਣਾ ਤੇ ਸਿੱਧਾ ਚੈਲੰਜ ਕਰਨਾ, ਇੱਥੋਂ ਤੱਕ ਵੀ ਕਹਿ ਦੇਣਾ ਕਿ 50 ਸੀਟਾਂ ਤੱਕ ਸੁਕੜ ਜਾਏਗੀ ਬੀਜੇਪੀ ਜੇ ਹਾਲਾਤ ਇਸੇ ਤਰ੍ਹਾਂ ਹੀ ਡਿਵੈਲਪ ਕਰਦੇ ਰਹੇ। ਹਾਲਾਂਕਿ ਇਸ ਦੇ ਮਸਲੇ ਦੇ ਉੱਤੇ ਨਾ ਦੂਜਿਆਂ ਨੂੰ ਯਕੀਨ ਆਉਂਦਾ ਸੀ ਤੇ ਨਾ ਹੀ ਬੀਜੇਪੀ ਦੇ ਗਲੇ ਦੇ ਹੇਠੋਂ ਲੰਘਦੀ ਸੀ। ਉਹਨਾਂ ਦੇ ਲੀਡਰਾਂ ਨੇ ਬੜਾ ਮਜ਼ਾਕ ਧਰਮ ਦੀ, ਲੇਕਿਨ ਜਦੋਂ ਬਰੀਕੀ ਦੇ ਨਾਲ ਐਨਾਲਿਸਿਸ ਕਰਦੇ ਹਾਂ ਤਾਂ ਉਹ ਫਿਰ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਕਿ ਜੇ ਇੱਕ ਮੁੱਠਤਾ ਕਾਇਮ ਵਿਰੋਧੀ ਧਿਰਾਂ ਦੀ, ਜਿਸ ਦੀ ਸ਼ੁਰੂਆਤ ਬਿਹਾਰ ਨੇ ਕੀਤੀ ਹੈ, ਔਰ ਉਹ ਕੋਈ ਐਸੀ ਕੋਈ ਚਮਤਕਾਰੀ ਗੱਲ ਵੀ ਨਹੀਂ ਲੱਗਦੀ ਹੈ ਕਿ ਸ਼ਾਇਦ ਕੋਈ ਚਮਤਕਾਰ ਸਮਝਦੇ ਆ ਕਿ ਚਮਤਕਾਰ ਹੋ ਜਾਏਗਾ, ਕਿਉਂਕਿ ਵੋਟਾਂ ਦੀ ਡਿਵੀਜ਼ਨ ਇਸ ਤਰ੍ਹਾਂ ਦੀ ਹੈ। ਜਦੋਂ ਅਸੀਂ ਪੱਛਮੀ ਬੰਗਾਲ ਤੋਂ ਸ਼ੁਰੂ ਕਰਕੇ ਹੇਠਾਂ ਨੂੰ ਆਉਂਦੇ ਹੋਏ ਕੇਰਲਾ ਦੇ ਉੱਪਰੋਂ ਦੀ ਚੱਕਰ ਲਗਾ ਕੇ ਵਾਪਸ ਪੰਜਾਬ ਕਸ਼ਮੀਰ ਤੱਕ ਜਾਈਏ ਤਾਂ ਫਿਰ ਸਾਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਨਤੀਸ਼ ਦੀ ਗੱਲ ਇੰਨੀ ਜਾਣੀ ਹਲਕੇ ਦੇ ਨਾਲ ਲੈਣ ਵਾਲੀ ਨਹੀਂ ਹੈ। ਉਹਦੇ 'ਚ ਕੰਡੀਸ਼ਨ ਹੈ ਇੱਕ ਕਿ ਜਿਸ ਕੰਮ ਦੇ ਲਈ ਉਹ ਨਿਕਲੇ ਆ ਕਿ ਉਸ ਨੂੰ ਉਹ ਸਿਰੇ ਲਾ ਲੈਣਗੇ, ਉਹਦੇ ਯਤਨ ਚੱਲ ਰਹੇ ਆ। ਔਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜਾ ਡਰ ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਦੇ ਤੇ ਪੋਲੀਟੀਕਲ ਲੀਡਰਾਂ ਦੇ ਮਨਾਂ ਦੇ ਵਿੱਚ ਬੈਠਾ ਹੋਇਆ ਸੀ, ਇੱਥੇ ਹੀ ਮੈਂ ਤੁਹਾਨੂੰ ਇਹ ਗੱਲ ਬਿਲਕੁਲ ਨਿਖਾਰ ਕੇ ਗੱਲ ਕਹਿਣੀ ਚਾਹੁੰਦਾ ਕਿ ਇਹ ਡਰ ਪੋਲੀਟੀਕਲ ਲੀਡਰਾਂ ਦੇ ਅੰਦਰ ਸੀਗਾ, ਲੋਕਾਂ ਦੇ ਅੰਦਰ ਨਹੀਂ ਸੀ। ਲੋਕ ਜਿਹੜੇ ਆ ਉਹ ਲੜ ਜਾਣਾ ਹੀ ਚਾਹੁੰਦੇ ਸੀਗੇ ਉਹਨਾਂ ਮਸਲਿਆਂ ਦੇ ਉੱਤੇ ਜਿਨ੍ਹਾਂ ਤੋਂ ਉਹ ਬੜੇ ਪਰੇਸ਼ਾਨ ਨੇ, ਤੰਗ ਨੇ। ਔਰ ਉਸ ਤਰ੍ਹਾਂ ਦੇ ਸੰਘਰਸ਼ਾਂ ਨੂੰ ਅਸੀਂ ਨਾ ਨਾਲ ਦੇਖ ਕੇ ਜਦੋਂ ਚੱਲਾਂਗੇ ਤਾਂ ਇਹ ਲੱਗਦਾ ਸੀਗਾ ਕਿ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਸੀ, ਉਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ, ਉਹਨਾਂ ਦੇ ਉੱਤੇ ਪੂਰਾ ਨਹੀਂ ਸੀ ਉਤਰ ਰਹੀਆਂ ਪੋਲੀਟੀਕਲ ਪਾਰਟੀਆਂ ਤੇ ਉਹਨਾਂ ਦੇ ਲੀਡਰ, ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦਹਿਲ ਬੈਠਾ ਹੋਇਆ ਸੀਗਾ। ਪਰੰਤੂ ਲੋਕ ਮੈਦਾਨ ਵਿੱਚ ਸੀਗੇ, ਲੋਕ ਲੜਾਈ ਲੜ ਰਹੇ ਸੀਗੇ। ਔਰ ਜਿਸ ਤਰ੍ਹਾਂ ਸਭ ਤੋਂ ਵੱਡਾ ਮੋਰਚਾ ਕਿਸਾਨਾਂ ਦਾ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਇਆ, ਉਹ ਡਰ ਆ ਜਿਹੜਾ ਪੋਲੀਟੀਕਲ ਲੀਡਰਾਂ ਦੇ ਮਨਾਂ 'ਚ ਜਿਹੜਾ ਬੈਠਾ ਹੋਇਆ ਸੀਗਾ, ਉਹ ਦੂਰ ਬਿਹਾਰ ਨੇ ਕੀਤਾ। ਔਰ ਬਿਹਾਰ ਦੇ ਜਿਹੜੇ ਆ ਇਹ ਲੀਡਰ ਨੇ ਨਿਤੀਸ਼ ਕੁਮਾਰ ਜੀ, ਇਹ ਕ੍ਰੈਡਿਟ ਉਹਨਾਂ ਨੂੰ ਜਾਂਦਾ ਆ। ਉਹ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਹੜੀ ਇੱਕਦਮ ਲੋਕਾਂ ਦੇ ਮਨਾਂ ਤੋਂ ਜਿਹੜਾ ਨਾ ਉਹ ਡਰ ਦੀ ਭਾਵਨਾ ਹੋਈ ਸੀਗੀ, ਉਹ ਉਤਾਰੀ ਆ। ਇੱਕ ਇਤਿਹਾਸਕ ਮੋੜ ਸੀਗਾ, ਇੱਕ ਐਨ ਉਸੇ ਤਰ੍ਹਾਂ ਦਾ ਹੀ ਮੋੜ ਸੀਗਾ ਕਿ ਜਦੋਂ ਮਿੰਟਾਂ ਸਕਿੰਟਾਂ ਦੇ ਸਿਚੁਏਸ਼ਨ ਬਦਲਦੀ ਆ, ਜਦੋਂ ਉੱਥੋਂ ਸਰਕਾਰ ਬੀਜੇਪੀ ਦੀ ਗਿਰ ਗਈ ਔਰ ਬੀਜੇਪੀ ਨੂੰ ਛੱਡ ਕੇ ਨਤੀਸ਼ ਕੁਮਾਰ ਨੇ ਦੂਜੀ ਸਰਕਾਰ ਦਾ ਗਠਨ ਕਰ ਲਿਆ, ਤਾਂ ਇਹ ਹੋਇਆ ਕਿ ਇਹ ਇੱਕ ਉਸ ਤਰ੍ਹਾਂ ਦਾ ਬੜਾ ਜ਼ਬਰਦਸਤ ਜਵਾਬ ਦਿੱਤਾ ਗਿਆ ਆ ਪੋਲੀਟੀਕਲ ਲੈਵਲ ਦੇ ਉੱਤੇ, ਟੈਕਟੀਕਲੀ ਜਾਂ ਇਹ ਇੱਕ ਨੀਤੀ ਦੇ ਰਣਨੀਤੀ ਦੇ ਨਜ਼ਰੀਏ ਤੋਂ, ਜਿਸ ਤੋਂ ਜਿਹੜੀਆਂ ਦੂਸਰੇ ਸਟੇਟਾਂ ਜਿਹੜੀਆਂ ਨਾ ਡਰੀਆਂ ਹੋਈਆਂ ਸੀਗੀਆਂ, ਖਾਸ ਤੌਰ ਤੇ ਮਹਾਰਾਸ਼ਟਰ ਦੀ ਘਟਨਾ ਤੋਂ ਬਾਅਦ, ਕਿ ਸ਼ਾਇਦ ਵਿਰੋਧੀ ਪਾਰਟੀਆਂ ਦਾ ਕੋਈ ਕਿਤੇ ਕੋਈ ਸਰਕਾਰ ਹੀ ਨਹੀਂ ਰਹਿਣੀ। ਜਿਸ ਤਰ੍ਹਾਂ ਦਾ ਪੰਜਾਬੀ 'ਚ ਜਿਹਨੂੰ ਕਹਿੰਦੇ ਰੇਲਾ ਫੇਰਿਆ ਜਾ ਰਿਹਾ ਸੀਗਾ, ਉਸ ਤਰ੍ਹਾਂ ਦੀ ਇੱਕ ਹਾਲਾਤ ਜਿਹੜੀ ਨਾ ਉਹ ਨਜ਼ਰ ਆ ਰਹੀ ਸੀ, ਜਿਹੜੀ ਬਿਹਾਰ ਨੇ ਰੋਕ ਦਿੱਤੀ। ਸੋ ਇਹ ਇੱਕ ਇਤਿਹਾਸਕ ਪਲ ਆ ਜਿਹੜਾ, ਇਹ ਯਾਦ ਰੱਖਿਆ ਜਾਊਗਾ। ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਤੀਸ਼ ਕੁਮਾਰ ਦਾ ਜਿਸ ਤਰ੍ਹਾਂ ਪੂਰਾ ਜ਼ੋਰ ਲੱਗਿਆ ਔਰ ਵੱਖ-ਵੱਖ ਜਿਹੜੇ ਆਗੂਆਂ ਨੂੰ ਮਿਲੇ ਵੀ ਹੈ, ਉਹਨਾਂ ਵੱਲੋਂ ਬੜਾ ਵਧੀਆ ਹੁੰਗਾਰਾ ਹੈ। ਪਰ ਆਮ ਆਦਮੀ ਦੀ ਭੂਮਿਕਾ ਜਿਹੜੀ ਹੈ ਜਾਂ ਅਰਵਿੰਦ ਕੇਜਰੀਵਾਲ ਹੈ, ਉਹ ਆਪਣੇ ਆਪ ਨੂੰ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਮੁਕਾਬਲੇ ਆਪਣਾ ਉਮੀਦਵਾਰ ਆਪਣੇ ਆਪ ਨੂੰ ਪੇਸ਼ ਕਰ ਰਿਹਾ ਇੱਕ। ਦੂਸਰਾ, ਉਹਨਾਂ ਦਾ ਜਿਹੜੇ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਉਹਨਾਂ ਨੇ ਵੀ ਪੈਰਲਲ ਇੱਕ ਆਪਣੀ ਜਿਹੜੀ ਹੈ ਯਾਤਰਾ ਸ਼ੁਰੂ ਹੈ, ਕੇਜਰੀਵਾਲ ਉਹਨਾਂ ਨੇ ਵੀ
ਘਰ ਲਈ ਜਿਹੜੀ ਹਿਸਾਰ ਤੋਂ ਉਹਨਾਂ ਨੇ ਸ਼ੁਰੂ ਕੀਤੀ ਹੈ। ਤੇ ਇਸ ਦੇ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸ ਦੇ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਵੀ ਉਸ ਮੰਚ ਦਾ ਹਿੱਸਾ ਬਣੇਗੀ, ਜਾਂ ਫਿਰ ਇਹ ਆਪਣੇ ਆਪ ਵੱਖਰੀ ਲਾਈਨ ਲੈ ਕੇ ਤੇ ਵੱਖਰਾ ਰਾਹ ਅਖਤਿਆਰ ਕਰੇਗੀ? ਦੇਖੋ, ਜਿੰਨੀਆਂ ਰੀਜਨਲ ਪਾਰਟੀਆਂ ਨੇ ਇਸ ਦੇਸ਼ ਦੇ ਵਿੱਚ ਤੇ ਰਾਜ ਵਿੱਚ ਵੀ ਨੇ, ਔਰ ਉਹਨਾਂ ਨੂੰ ਮੋਰਲੀ ਇਹ ਗੱਲ ਸੋਚਣ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਕਿ ਉਹਨਾਂ ਦਾ ਲੀਡਰ ਹੈ ਜਿਹੜਾ ਉਹ ਇਸ ਦੇਸ਼ ਦਾ ਪ੍ਰਧਾਨ ਮੰਤਰੀ। ਉਹਨਾਂ ਨੂੰ ਇਹ ਵਿਚਾਰਨ ਦੇ ਉੱਤੇ, ਇਹ ਇੱਛਾ ਰੱਖਣ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਲੇਕਿਨ ਕੰਮ ਕਿਹਨੇ ਕਰਨਾ? ਕੰਮ ਕਰਨਾ ਹੈਗਾ ਕਿ ਹਕੀਕਤ ਕੀ ਹੈ, ਰਿਐਲਿਟੀ। ਔਰ ਉਹਦੇ ਲਈ ਇਸ ਕੋਸ਼ਿਸ਼ ਦੇ ਵਿੱਚ, ਇਸ ਯਤਨ ਦੇ ਵਿੱਚ ਜੇ ਉਹ ਸਾਰੀਆਂ ਪਾਰਟੀਆਂ ਇਨਕਲੂਡਿੰਗ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾਉਂਦੀਆਂ ਨੇ, ਲੜਾਈ ਨੂੰ ਵਿੱਢਦੀਆਂ ਨੇ, ਲੜਾਈ ਨੂੰ ਤੇਜ਼ ਕਰਦੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਇਸ਼ੂ ਲੈ ਕੇ ਲੋਕਾਂ ਦੇ, ਤਾਂ ਉਹ ਆਪਣੀ ਤਾਕਤ ਨੂੰ ਵਧਾਉਣ ਦਾ ਜੇ ਯਤਨ ਕਰਦੀ ਹੈ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਨਾ ਹੀ ਇਹ ਗੱਲ ਜਿਹੜੀ ਆ ਕਿ, ਲੇਕਿਨ ਹਕੀਕਤ ਕੀ ਆ? ਹਕੀਕਤ ਇਹ ਇਸ ਗੱਲ ਦੇ ਨੂੰ ਤਸਦੀਕ ਨਹੀਂ ਕਰਦੀ ਕਿ ਕਿਸੇ ਵੀ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਇਹ ਵਿਜ਼ੂਅਲਾਈਜ਼ ਕਰ ਸਕਦੀ ਆ, ਜਾਂ ਉਹ ਇਹ ਸੋਚ ਸਕਦੀ ਆ ਕਿ ਅਰਵਿੰਦ ਕੇਜਰੀਵਾਲ ਆਉਣ ਵਾਲੇ ਸਮੇਂ 'ਚ, ਨੇੜ ਭਵਿੱਖ ਦੇ ਵਿੱਚ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਲੇਕਿਨ ਇਹ ਸੰਭਾਵਨਾ ਨਹੀਂ ਹੈ। ਜੇ ਉਹ ਜ਼ੋਰ ਦੇ ਨਾਲ ਲੱਗੇ ਹੋਏ ਆ, ਆਪਣੀ ਤਾਕਤ ਵਧਾਉਣ ਦਾ ਉਹਨਾਂ ਨੂੰ ਅਧਿਕਾਰ ਹੈਗਾ, ਇਸ ਕਰਕੇ ਉਹ ਲੱਗਣਾ, ਉਹਨਾਂ ਦਾ ਇਸ ਪਾਸੇ ਲੱਗੇ ਰਹਿਣਾ ਇੱਕ ਪੋਜ਼ਿਟਿਵ ਗੱਲ ਹੈਗੀ ਆ। ਲੇਕਿਨ ਇਹ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਨਾਲ ਦੂਜੇ ਚੀਫ ਮਿਨਿਸਟਰ ਹੈ ਜਿਹੜੇ ਦੂਸਰੀਆਂ ਸਟੇਟਾਂ ਦੇ, ਵੱਡੀਆਂ ਸਟੇਟਾਂ ਦੇ, ਜੇ ਉਹਨਾਂ ਦੇ ਨਾਲ ਕੰਪੇਅਰ ਕਰੀਏ ਤਾਂ ਇਹ ਰਾਈਟ ਉਹਨਾਂ ਦਾ ਵੀ ਬਣ ਜਾਂਦਾ, ਔਰ ਇਸੇ ਤਰ੍ਹਾਂ ਹੀ ਜਿਹੜਾ ਤੇਲੰਗਾਨਾ ਦੇ ਚੀਫ ਮਿਨਿਸਟਰ ਦਾ ਵੀ ਬਣ ਜਾਂਦਾ ਹੈ, ਔਰ ਇਸੇ ਤਰ੍ਹਾਂ ਜਿਹੜਾ ਨਾ ਉਹ ਸਟਾਲਨ ਦਾ ਵੀ ਬਣ ਜਾਂਦਾ, ਤਾਮਿਲਨਾਡੂ ਦਾ ਵੀ ਬਣ ਜਾਂਦਾ, ਮਮਤਾ ਬੈਨਰਜੀ ਦਾ ਵੀ ਬਣ ਜਾਂਦਾ। ਬਹੁਤ ਵੱਡੀ ਸਟੇਟ ਹੈ, ਔਰ ਹੁਣੇ ਉਹ ਬੜੀ ਵੱਡੀ ਡਿਫੀਟ ਦੇ ਕੇ ਹਟੀ ਹੈਗੀ ਆ। ਔਰ ਇਸੇ ਤਰ੍ਹਾਂ ਜਿਹੜੀਆਂ ਵਿਰੋਧੀ ਪਾਰਟੀਆਂ ਹੋਰ ਹੈਗੀਆਂ, ਜਿਹੜੀਆਂ ਭਾਵੇਂ ਰਾਜ 'ਚ ਨਹੀਂ ਲੇਕਿਨ ਤਾਕਤ ਬਹੁਤ ਹੈਗੀ ਆ, ਉਹਨਾਂ ਦਾ ਸੋਚਣ 'ਚ ਕੋਈ ਇਹ ਹਰਜ, ਇਹ ਮਤਲਬ ਕੋਈ ਐਸਾ ਨਹੀਂ। ਇਹ ਲੋਕਾਂ ਦੀਆਂ ਕੁਛ ਇੱਦਾਂ ਦੀਆਂ ਭਾਵਨਾਵਾਂ ਵੀ ਹੁੰਦੀਆਂ। ਹਰ ਪਾਰਟੀ ਦਾ ਕੈਡਰ ਆ, ਜਿਹੜਾ ਪਰ ਉਹਦੇ ਫੋਲੋਅਰ ਆ, ਕਹਿਣ ਉਹ ਜੀ ਚਾਹੁੰਦਾ ਜੀ ਆ ਕਿ ਉਹਨਾਂ ਦਾ ਲੀਡਰ ਜਿਹੜਾ ਨਾ ਇਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਸਮਰੱਥ ਆ। ਔਰ ਉਹ ਇਹ ਥੱਲਿਓਂ ਇੱਛਾ ਵੀ ਜਿਹੜੀ ਉੱਠਦੀ ਆ ਨਾ, ਉਹਦਾ ਪ੍ਰਗਟਾਵਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਪਾਰਟੀਆਂ ਦੇ ਵਿੱਚ ਹੁੰਦਾ ਆ। ਸੋ ਆਮ ਆਦਮੀ ਪਾਰਟੀ ਜੇ ਇਹ ਸੋਚਦੀ ਆ, ਉਹ ਰਿਐਲਿਟੀ ਦੇ ਤਾਂ ਨੇੜੇ ਨਹੀਂ ਹੈ, ਲੇਕਿਨ ਜੇ ਸੋਚਦੀ ਆ ਤਾਂ ਉਹਦਾ ਕੋਈ ਨਹੀਂ ਰਾਈਟ ਹੈਗਾ। ਉਹ ਸੋਚਣ, ਜੇ ਕੰਮ ਕਰਨ। ਔਰ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ, ਜਿਸ ਤਰ੍ਹਾਂ ਹੁਣ ਪਦ ਯਾਤਰਾ ਕਰਨਾ ਚਾਹੁੰਦੇ ਆ, ਪੰਜਾਬ ਦੇ ਵਿੱਚ ਉਹਨਾਂ ਕੋਲ ਰਾਜ ਵੀ ਹੈਗਾ ਆ। ਲੇਕਿਨ ਜਦੋਂ ਅਸੀਂ ਸਮੁੱਚੇ ਇੰਡੀਆ ਨੂੰ, ਸਮੁੱਚੇ ਭਾਰਤ ਨੂੰ ਸਾਹਮਣੇ ਰੱਖ ਕੇ ਦੇਖਦੇ ਹਾਂ, ਤਾਂ ਵੋਟਾਂ ਦਾ ਫੈਸਲਾ ਜਿਹੜਾ ਵੋਟਾਂ ਨੇ ਕਰਨਾ, ਵੋਟਰਾਂ ਨੇ ਕਰਨਾ ਹੈਗਾ। ਉਹ ਮੇਨ ਡਿਵੀਜ਼ਨ ਹੈ ਜਿਹੜੀ, ਉਹ ਬੀਜੇਪੀ ਦੇ ਵਿੱਚ ਹੈਗੀ ਹੈ ਤੇ ਜਾਂ ਕਾਂਗਰਸ ਦੇ ਵਿੱਚ ਹੈਗੀ ਆ। ਉਹਨਾਂ ਕੋਲ 23 ਜਾਂ 23.5 ਕਰੋੜ ਦੇ ਨੇੜੇ ਵੋਟ ਹੈਗਾ, ਇਹਨਾਂ ਕੋਲ 12-13 ਕਰੋੜ ਦੇ ਨੇੜੇ ਵੋਟ ਹੈਗਾ। ਬਾਕੀ ਵੰਡੀਆਂ ਹੋਈਆਂ। ਜਦੋਂ ਯੂਨਾਈਟ ਹੋਣਗੇ, ਜਦੋਂ ਰੀਜਨਲ ਪਾਰਟੀਆਂ ਵੀ ਯੂਨਾਈਟ ਹੋਣਗੀਆਂ, ਤਾਂ ਫਿਰ ਜਿਹੜਾ ਬੈਲੈਂਸ ਹੈ ਨਾ ਉਹ ਬਦਲੇਗਾ। ਔਰ ਉਹ ਤੋਂ ਬਾਅਦ ਹੁਣ ਜਿਹੜਾ ਨਵਾਂ ਚੈਪਟਰ ਸ਼ੁਰੂ ਹੋਇਆ, ਜਿਹਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਫੈਸਲਾ ਨਹੀਂ ਅਸਲ 'ਚ ਚੰਗਾ ਜੀ। ਉਹਨੇ ਕਰਨਾ। ਇੱਥੇ ਇੱਕ ਵੀ ਸਵਾਲ ਹੈ ਕਿ ਜਿਸ ਤਰ੍ਹਾਂ ਹੁਣ ਨਿਤੀਸ਼ ਕੁਮਾਰ ਹੋਣਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਉਸ ਮੁਹਿੰਮ ਦੇ ਵਿੱਚ ਜਿਹੜੇ ਮਮਤਾ ਬੈਨਰਜੀ ਹੈ, ਜਾਂ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਜਿਹੜੇ ਕੇ ਚੰਦਰ ਸ਼ੇਖਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਔਰ ਆਂਧਰਾ ਵਾਲੇ ਆ ਜਾਂ ਉੜੀਸਾ ਵਾਲੇ ਆ, ਕਿ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਰਿਜ਼ਰਵੇਸ਼ਨ ਹੈਗੀਆਂ ਕਿ ਕਾਂਗਰਸ ਉਸ ਦਾ ਹਿੱਸਾ ਨਾ ਹੋਵੇ। ਉਹ ਅਸਲ 'ਚ ਚਾਹੁੰਦੇ ਆ ਕਿ ਖੇਤਰੀ ਪਾਰਟੀਆਂ ਦਾ ਇੱਕ ਮੰਚ ਬਣੇ। ਪਰ ਨਿਤੀਸ਼ ਕੁਮਾਰ ਨੇ ਜਿਹੜੀ ਐਗਜ਼ਾਮਪਲ ਪੇਸ਼ ਕੀਤੀ ਹੈ ਬਿਹਾਰ ਦੇ ਵਿੱਚ, ਜਿਸ ਤਰ੍ਹਾਂ ਫਰੰਟ ਬਣਾਇਆ, ਜਿਸ ਤਰ੍ਹਾਂ ਝਾਰਖੰਡ 'ਚ ਫਰੰਟ ਹੈਗਾ ਹਿੰਮਤ ਸੋਰੇਨ ਦੀ ਅਗਵਾਈ ਦੇ ਵਿੱਚ, ਸੋ ਉਹਦੇ ਤੋਂ ਤਾਂ ਇਹ ਸਥਿਤੀ ਬਣਦੀ ਹੈ ਕਿ ਇਹ ਗੱਲ ਨਿਤੀਸ਼ ਕੁਮਾਰ ਵੀ ਕਹਿ ਰਹੇ, ਸ਼ਰਦ ਪਵਾਰ ਵੀ ਅਤੇ ਹੋਰ ਵੀ ਲੀਡਰਾਂ ਨੇ ਪਹਿਲਾਂ ਕਹੀ ਹੈ ਕਿ ਕਾਂਗਰਸ ਤੋਂ ਬਿਨਾਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਮੰਚ ਹੈ, ਜਾਂ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਹੈ, ਜਾਂ ਇਸ ਤਰ੍ਹਾਂ ਦਾ ਕੋਈ ਫਰੰਟ ਹੈ, ਉਹ ਨਹੀਂ ਉਸਾਰਿਆ ਜਾ ਸਕਦਾ। ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਦੇਖੋ, ਸਭ ਤੋਂ ਮਹੱਤਵਪੂਰਨ ਤਾਂ ਇਸ ਸਟੇਜ ਦੇ ਉੱਤੇ ਇਹ ਆ ਕਿ ਇਹ ਸਾਰੀਆਂ ਪਾਰਟੀਆਂ ਯੂਨਾਈਟ ਕਿਵੇਂ ਹੁੰਦੀਆਂ ਆ, ਔਰ ਇੱਕ ਮੰਚ ਦੇ ਉੱਤੇ ਕਿਵੇਂ ਆਉਂਦੀਆਂ। ਦੋ ਭਾਗ ਨੇ ਇਹਦੇ,
ਇੱਕ ਹੈਗਾ ਮਾਸ ਐਕਸ਼ਨ ਔਰ ਲੋਕਾਂ ਨੂੰ ਮੋਬਿਲਾਈਜ਼ ਕਰਨਾ, ਦੂਸਰਾ ਹੈਗਾ ਕਿ ਪੋਲੀਟੀਕਲੀ ਉਹਨਾਂ ਨੂੰ ਯੂਨਾਈਟ ਕਰਨਾ। ਉਹ ਕੰਮ ਜਿਹੜਾ ਉਹ ਨਤੀਸ਼ ਕੁਮਾਰ ਕਰ ਰਹੇ। ਇਹ ਗੱਲ ਜੀ ਬੜੀ ਨਿਖਰ ਕੇ ਸਾਹਮਣੇ ਆਉਣੀ ਚਾਹੀਦੀ ਆ ਕਿ ਜਿਹੜਾ ਕੰਮ ਨਤੀਸ਼ ਕੁਮਾਰ ਕਰ ਰਹੇ ਆ ਉਹਦਾ ਮਹੱਤਵ ਜ਼ਿਆਦਾ ਆ ਔਰ ਉਹ ਵੱਡਾ ਮਹੱਤਵ ਹੈਗਾ। ਜਿਹੜਾ ਹੁਣ ਇਹ ਭਾਰਤ ਜੋੜੋ ਇੱਕ ਅਭਿਆਨ ਸ਼ੁਰੂ ਕੀਤਾ ਆ ਮਾਸ ਮੋਬਿਲਾਈਜੇਸ਼ਨ ਦਾ, ਇਹ ਦੂਸਰੀਆਂ ਪਾਰਟੀਆਂ ਨੂੰ ਵੀ ਇਸ ਪਾਸੇ ਵੱਲ ਨੂੰ ਤੋਰੇਗਾ ਕਿ ਜੇ ਉਹਨਾਂ ਨੇ ਆਪਣੀ ਤਾਕਤ ਦਿਖਾਉਣੀ ਆ ਤਾਂ ਉਹ ਆਪਣੇ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਉਣ ਔਰ ਉਹ ਉਹਨਾਂ ਨੂੰ ਮੋਬਿਲਾਈਜ਼ ਕਰਨ, ਚਾਹੇ ਸੜਕਾਂ ਤੇ ਲਿਆ ਕੇ, ਚਾਹੇ ਉਹਨਾਂ ਦੀਆਂ ਮੀਟਿੰਗਾਂ ਕਰਕੇ, ਇੱਕ ਵਿਖਾਵਾ, ਇੱਕ ਤਾਕਤ ਆਪਣੀ ਦਿਖਾਉਣ ਦੇ ਲਈ। ਸੋ ਇਸ ਕਰਕੇ ਉਹ ਇੱਕ ਕੰਸੋਲੀਡੇਸ਼ਨ ਹੈ ਜਿਹੜੀ ਮਾਸ ਲੈਵਲ ਦੇ ਉੱਤੇ, ਉਹਦਾ ਆਪਣੇ ਆਪ ਦੇ ਵਿੱਚ ਮਹੱਤਵ ਇੰਨਾ ਹੈਗਾ ਜਿਹਦਾ ਕੰਮ ਅਜੇ ਬਾਅਦ ਚ ਸ਼ੁਰੂ ਹੋਣਾ ਆ। ਇਸ ਸਟੇਜ ਦੇ ਉੱਤੇ ਜਿਹੜਾ ਸਭ ਤੋਂ ਵੱਧ ਮਹੱਤਵਪੂਰਨ ਕੰਮ ਕਰ ਰਿਹਾ ਆ ਉਹ ਨਤੀਸ਼ ਕੁਮਾਰ ਕਰ ਰਿਹਾ। ਔਰ ਉਹਦੇ ਵਿੱਚ ਕੀ ਆ, ਜਦੋਂ ਅਸੀਂ ਬਿਹਾਰ ਨੂੰ ਵੀ ਦੇਖਦੇ ਹਾਂ ਉਦਾਂ ਇੰਨੇ ਫੋਰਸਸ ਦਾ ਇਕੱਠੇ ਹੋਣਾ ਜਿਹੜਾ ਸੰਭਵ ਨਹੀਂ ਸੀਗਾ। ਹੁਣ ਸਾਨੂੰ ਇਹ ਲੱਗਦਾ ਸੀਗਾ ਕਿ ਆਰਜੇਡੀ ਤੇ ਨਤੀਸ਼ ਕੁਮਾਰ ਦਾ ਇਹਨਾਂ ਦੋ ਵੱਡੀਆਂ ਪਾਰਟੀਆਂ ਜਿਹੜੇ ਰਾਜ ਬਣਾ ਸਕਦੀ, ਲੇਕਿਨ ਉਹਨਾਂ ਨੇ ਉਹ ਸਾਰੇ ਹੀ ਯੂਨਾਈਟ ਕਰ ਲਏ, ਜਿਹੜੇ ਛੋਟੇ ਵੀ ਸੀ ਤਾਂ ਵੱਡੇ ਵੀ, ਸੀਪੀਆਈ ਤੇ ਸੀਪੀਐਮ। ਔਰ ਇਸ ਤੋਂ ਇਲਾਵਾ ਜਿਹੜਾ ਕਮਿਊਨਿਸਟ ਗਰੁੱਪ ਦੂਸਰੇ ਹੈਗੇ ਆ, ਦੀਪੰਕਰ ਨੂੰ ਵੀ ਮਿਲੇ ਆ ਉਹ ਆ ਕੇ, ਔਰ ਉਹ ਇਹ ਕਹਿੰਦੇ ਆ ਕਿ ਸਾਡਾ 7 ਪਾਰਟੀਆਂ ਦਾ ਯੂਨਾਈਟਿਡ ਫਰੰਟ ਹੈਗਾ। ਇਹਦਾ ਮਤਲਬ ਕਿ ਬੀਜੇਪੀ ਨੂੰ ਛੱਡ ਕੇ ਸਾਰੇ ਹੀ ਜਿੰਨੇ ਬਿਹਾਰ ਦੇ ਵਿੱਚ ਹੋਰ ਪੋਲੀਟੀਕਲ ਗਰੁੱਪ ਜਿਹੜੇ ਕੰਮ ਕਰਦੇ ਆ, ਸਿਵਾਏ ਇਸ ਤੋਂ ਕਿ ਜਿਨ੍ਹਾਂ ਨੇ ਕਿਸੇ ਵੇਲੇ ਜਾਂ ਛੋਟਾ ਮੋਟਾ ਗਰੁੱਪ ਜਿਹੜਾ ਕਿ ਬੀਜੇਪੀ ਦੇ ਨਾਲ ਤੋਂ ਥੋੜਾ ਬਹੁਤ ਤੁਰਿਆ ਹੋਇਆ, ਜਿਹਦਾ ਕੋਈ ਬਹੁਤਾ ਮਹਿਨਾ ਨਹੀਂ ਨਿਕਲਦਾ ਇਸ ਸਟੇਜ ਦੇ ਉੱਤੇ। ਸੋ ਇਸ ਜੀ ਕਰਕੇ ਜੇ ਇਹ ਲੈਵਲ ਸਾਰੇ ਇੰਡੀਆ ਦੇ ਵਿੱਚ ਦੇਸ਼ ਦੇ ਲੈਵਲ ਦੇ ਉੱਤੇ ਇਸੇ ਤਰ੍ਹਾਂ ਜੇ ਇਹ ਕੰਮ ਕਰਦਾ ਹੈਗਾ ਤਾਂ ਫਿਰ ਇਹ ਬਹੁਤ ਵੱਡਾ ਕਾਰਜ ਹੋ ਜਾਏਗਾ ਜਿਹੜਾ ਹੱਥ ਲਿਆ ਹੋਇਆ ਚੀਫ ਮਿਨਿਸਟਰ ਬਿਹਾਰ ਦੇ ਨਤੀਸ਼ ਕੁਮਾਰ ਨੇ। ਸੋ ਇਹ ਮਹੱਤਵ ਨੂੰ ਸਮਝੀਏ ਪਹਿਲਾਂ ਆਪਾਂ, ਹਨਾ, ਕਿ ਇਹ ਸਭ ਤੋਂ ਵੱਡਾ ਹੁਣ ਪਰ ਜਿਹੜਾ ਇਹ ਚਾਹਣਾ ਦਿੱਲੀ ਆ ਜਿਸ ਕੇ ਤਰ੍ਹਾਂ ਜਿੰਨਿਆਂ ਨੂੰ ਮਿਲੇ, ਦਿੱਲੀ ਆ ਕੇ ਜੀ ਜਿੰਨਿਆਂ ਨੂੰ ਮਿਲੇ ਉਹ ਜਾਂ ਸ਼ਰਦ ਪਵਾਰ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਇੱਕ ਥਾਂ ਤੇ ਯੂਨਾਈਟ ਕਰਨ ਦੇ ਲੱਗੇ। ਜੇ ਇਹ ਸਾਰੇ ਇੱਕ ਜਗ੍ਹਾ ਤੇ ਯੂਨਾਈਟ ਹੋ ਜਾਂਦੇ ਆ ਤਾਂ ਫਿਰ ਇਹ ਆਪਣੇ ਆਪਣੇ ਤੌਰ ਤੇ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਬਣਦੀਆਂ ਜਿਹੜੀਆਂ ਇੱਛਾਵਾਂ ਹੈਗੀਆਂ ਉਹਨਾਂ ਦਾ ਫੈਸਲਾ ਫਿਰ ਬਾਅਦ ਦੇ ਵਿੱਚ ਹੋਣਾ, ਜਦੋਂ ਇੱਕ ਮੂਵਮੈਂਟ ਦੇ ਤੌਰ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਹਲਚਲ ਸ਼ੁਰੂ ਹੋ ਗਈ, ਜਦੋਂ ਪੈਦਾ ਹੋ ਗਈ, ਔਰ ਉਹ ਫੈਸਲਾ ਬਾਅਦ ਚ ਹੋਣਾ। ਹੁਣ ਕੋਈ ਕਲੇਮ ਕਰਦਾ ਕੋਈ ਨਹੀਂ ਕਰਦਾ, ਇਹਦਾ ਅੱਜ ਦੀ ਡੇਟ ਦੇ ਵਿੱਚ ਕੋਈ ਬਹੁਤਾ ਮਹੱਤਵ ਨਹੀਂ ਹੈਗਾ। ਮਹੱਤਵ ਇਹ ਹੈਗਾ ਕਿ ਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਬੀਜੇਪੀ ਦੇ ਇਸ ਸਾਰੇ ਤਾਣੇ ਬਾਣੇ ਜੋ ਇਹਨਾਂ ਨੇ ਪਿਛਲੇ ਸਾਰੇ ਸਮੇਂ ਦੇ ਵਿੱਚ ਕੀਤਾ, ਜਿਹਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ, ਪੋਲੀਟੀਕਲ ਪਾਰਟੀਆਂ ਨੇ ਅਲੱਗ ਤੋਂ ਨਹੀਂ ਕਿ ਡੈਮੋਕ੍ਰੈਟਿਕ ਸਿਸਟਮ ਖਰਾਬ ਜਿਹੜਾ ਨਾ ਉਹਨੂੰ ਢਾਹ ਲੱਗ ਰਹੀ ਆ, ਲੋਕਾਂ ਦਾ ਇਹ ਹੈਗਾ ਕਿ ਖਾਣ ਪੀਣ ਬੜਾ ਔਖਾ ਹੋ ਗਿਆ, ਜ਼ਿੰਦਗੀ ਕੱਟਣੀ ਬੜੀ ਔਖੀ ਹੋ ਗਈ ਆ। ਇਹ ਦੋ ਗੱਲਾਂ ਇਕੱਠੀਆਂ ਜਿਹੜੀਆਂ ਹੋ ਗਈਆਂ, ਇਹ ਦੋ ਗੱਲਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਦੇਸ਼ ਦੇ ਵਿੱਚ ਅਸਰ ਕਰਨਾ ਹੈ। ਸੋ ਇਸ ਕਰਕੇ ਇਹ ਦੋਵਾਂ ਦਾ ਮਹੱਤਵ ਭਾਰਤ ਜੋੜੋ ਤੇ ਨਾਲ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਜੋੜੋ, ਇਹ ਜਿਹੜਾ ਦੋਵੇਂ ਗੱਲਾਂ ਜਿਹੜੀਆਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੇ ਇੱਕੋ ਹੀ ਰਸਤਾ ਅਖਤਿਆਰ ਕਰਨਾ ਜੋ ਸਾਨੂੰ ਨਜ਼ਰ ਆ ਰਿਹਾ, ਜਿਸ ਪਾਸੇ ਨੂੰ ਗੱਲ ਸਾਰੀ ਜਾ ਰਹੀ ਹੈ। ਇਹ ਚਾਹੁੰਦਾ ਜੀ ਜਿਸ ਤਰ੍ਹਾਂ ਉੱਥੇ ਕੰਨਿਆ ਕੁਮਾਰੀ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਭਾਰਤ ਜੋੜੋ ਯਾਤਰਾ, ਉਸ ਯਾਤਰਾ ਨੂੰ ਜਿਸ ਢੰਗ ਦਾ ਉੱਥੇ ਹੁੰਗਾਰਾ ਮਿਲਿਆ ਔਰ ਜਿਸ ਜਸ਼ਨ ਦੇ ਨਾਲ, ਜਿਸ ਉਤਸ਼ਾਹ ਦੇ ਨਾਲ ਲੋਕਾਂ ਨੇ ਉਸ ਯਾਤਰਾ ਨੂੰ ਉੱਥੋਂ ਰਵਾਨਾ ਕੀਤਾ ਢੋਲ ਢਮੱਕੇ ਦੇ ਨਾਲ, ਤਾਂ ਰਾਹ 'ਚ ਵੀ ਉਹਨਾਂ ਨੂੰ ਬਹੁਤ ਵੱਡਾ ਲੋਕਾਂ ਵੱਲੋਂ ਹੁੰਗਾਰਾ ਮਿਲਦਾ ਰਿਹਾ। ਔਰ ਜਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੇ ਸਿਵਲ ਸੁਸਾਇਟੀ ਦੇ ਗਰੁੱਪ ਚੱਲੇ ਆ, ਉਹਨਾਂ ਦੇ ਸਾਰੇ ਆਗੂਆਂ ਦਾ ਇਹ ਕਹਿਣਾ ਸੀਗਾ ਕਿ ਇਸ ਵੇਲੇ ਇੱਕੋ ਇੱਕ ਰਾਹ ਹੈਗਾ ਹਿੰਦੁਸਤਾਨ ਦੇ ਵਿੱਚ, ਜੇ ਉਹ ਦੇਸ਼ ਨੂੰ ਬਚਾਉਣਾ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਜਿਹੜੀ ਦੇਸ਼ ਦੇ ਅੰਦਰ ਨਫ਼ਰਤ ਤੇ ਵੰਡ ਦੀ ਰਾਜਨੀਤੀ ਹੁੰਦੀ ਹੈ ਉਸ ਤੋਂ ਦੇਸ਼ ਦੀ ਮੁਕਤੀ ਹੈ, ਉਹ ਤਾਂ ਹੀ ਹੋ ਸਕਦੀ ਹੈ ਜੇ ਇਸ ਯਾਤਰਾ ਦੇ ਨਾਲ ਸਾਰੇ ਜਿਹੜੇ ਹੈ ਉਹ ਵੱਡਾ ਹੰਗਾਰਾ ਹੋਵੇ ਤੇ ਹਿੰਦੁਸਤਾਨ ਦੇ ਅੰਦਰ ਇਹਦੇ ਨਾਲ ਜੋ ਸਥਿਤੀ ਬਣਨੀ ਹੈ ਉਹ ਹੀ ਇਹਦਾ ਇੱਕੋ ਇੱਕ ਹੱਲ ਹੈ। ਜਿਸ ਤਰ੍ਹਾਂ ਤੁਸੀਂ ਹੁਣ ਇਹ ਕਿਹਾ ਹੈ ਕਿ ਨਤੀਸ਼ ਕੁਮਾਰ ਪੋਲੀਟੀਕਲ ਪਾਰਟੀਆਂ ਨੂੰ ਜੋੜਨ ਤੇ ਲੱਗੇ ਆ, ਤੇ ਜਿਸ ਤਰ੍ਹਾਂ ਕਾਂਗਰਸ ਮਾਸਸ ਨੂੰ, ਲੋਕਾਂ ਨੂੰ ਨਾਲ ਇਸ ਸਾਰੇ ਮੁੱਦਿਆਂ ਨੂੰ ਲੈ ਕੇ, ਮਹਿੰਗਾਈ ਦਾ, ਬੇਰੁਜ਼ਗਾਰੀ ਦਾ, ਦੇਸ਼ ਦੀ ਅਰਥ ਵਿਵਸਥਾ, ਉਹਨਾਂ ਨੂੰ ਲੈ ਕੇ ਜੋੜਨ ਦੇ ਰਾਹ ਤੁਰੀ ਹੈਗੀ ਹੈ। ਔਰ ਉਸ ਦਾ ਜਿਹੜਾ ਹੁਣ ਆਉਣ ਵਾਲੇ ਦਿਨਾਂ 'ਚ ਅਸਰ ਵੀ ਸਾਨੂੰ ਦੇਖਣ ਨੂੰ ਮਿਲੇਗਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਸਟੇਜ ਤੇ ਇਹ ਜਿਹੜੇ ਜਿਸ ਤਰ੍ਹਾਂ ਦਾ ਉੱਥੋਂ ਸ਼ੁਰੂ ਹੋਇਆ ਤਾਂ ਲੋਕਾਂ ਦਾ ਹੰਗਾਰਾ ਜ਼ਿਆਦਾ ਹੁੰਦਾ ਤਾਂ ਇਹ ਵੱਡਾ ਮਾਰਚ 'ਚ ਵੀ ਬਦਲ ਸਕਦੀ ਹੈ ਯਾਤਰਾ?
ਬਿਲਕੁਲ, ਕਿਉਂਕਿ ਇਹ ਇਸ ਦੀ ਉਮੀਦ ਨਹੀਂ ਸੀ ਕਿ ਮਾਸ ਮੋਬਿਲਾਈਜੇਸ਼ਨ ਵਾਸਤੇ ਕੋਈ ਪਾਰਟੀ ਜਿਹੜੀ ਨਾ ਉਹ ਹਿੰਮਤ ਜੁਟਾਊਗੀ। ਅਜੇ ਤਾਂ ਉਹਨਾਂ ਨੂੰ ਆਪਣੀ ਆਪਣੀ ਚਮੜੀ ਬਚਾਉਣ ਦਾ ਪਿਆ ਹੋਇਆ ਸੀਗਾ ਲੀਡਰਾਂ ਨੂੰ, ਇਨਕਲੂਡਿੰਗ ਕਾਂਗਰਸ। ਔਰ ਜਦੋਂ ਉਹਨਾਂ ਨੇ ਇਸ ਇਸ਼ੂ ਨੂੰ ਛੱਡ ਕੇ ਲੋਕਾਂ ਦੇ ਮਸਲੇ ਲੈ ਕੇ ਸੜਕ ਤੇ ਆਉਣਾ ਸ਼ੁਰੂ ਕੀਤਾ, ਭਾਵੇਂ ਛੋਟੇ ਲੈਵਲ ਤੇ, ਭਾਵੇਂ ਦਿੱਲੀ ਦੇ ਲੈਵਲ ਤੇ, ਤਾਂ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਲੋਕ ਅਸਲ 'ਚ ਆਪਣੇ ਮੁੱਦਿਆਂ ਦੇ ਉੱਤੇ ਲੜਨਾ ਚਾਹੁੰਦੇ ਆ। ਜੇ ਉਹਨਾਂ ਦੀ ਇੱਛਾ ਦੇ ਮੁਤਾਬਕ ਅਸੀਂ ਕੰਮ ਕਰਾਂਗੇ ਤਾਂ ਲੋਕ ਮੋਬਿਲਾਈਜ਼ ਹੋਣ ਦੇ ਲਈ ਤਿਆਰ ਨੇ। ਉਹਦੇ ਵਿੱਚੋਂ ਇਹ ਨਿਕਲੀ ਆ ਗੱਲ। ਔਰ ਇਹ ਇੰਨਾ ਉਹਨਾਂ ਨੂੰ ਹੁੰਗਾਰਾ ਕਿੰਨਾ ਮਿਲੇਗਾ, ਕਿੰਨਾ ਨਹੀਂ ਮਿਲੇਗਾ, ਸ਼ਾਇਦ ਉਹਨਾਂ ਨੇ ਅੰਦਾਜ਼ਾ ਨਹੀਂ ਲਾਇਆ ਹੋਣਾ ਜਿੰਨਾ ਕਿ ਉਹ ਸ਼ੁਰੂਆਤ ਦੇ ਵਿੱਚ ਮਿਲਿਆ ਆ। ਅਸਲ ਦੇ ਵਿੱਚ ਮਸਲਾ ਕੀ ਆ ਕਿ ਲੋਕ, ਅਸੀਂ ਦੂਸਰੀ ਗੱਲ ਨੂੰ ਛੱਡ ਦਿੰਦੇ ਆ ਕਿ ਲੋਕ ਆਪਣੇ ਆਪਣੇ ਮਸਲਿਆਂ ਦੇ ਉੱਤੇ ਪਹਿਲਾਂ ਹੀ ਹਰਕਤ ਦੇ ਵਿੱਚ ਆਏ ਹੋਏ ਸੀਗੇ। ਸਾਰੇ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਸੈਕਸ਼ਨ ਦਾ, ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਇੱਕ ਸੰਘਰਸ਼ ਉੱਠਿਆ ਹੋਇਆ ਸੀਗਾ, ਜਿਹੜਾ ਪੋਲੀਟੀਕਲ ਪਾਰਟੀਆਂ ਤੋਂ ਬਿਨਾਂ ਹੀ ਲੜੀ ਜਾ ਰਹੇ ਸੀਗੇ। ਇਸੇ ਤਰ੍ਹਾਂ ਦੂਜੇ ਸੈਕਸ਼ਨ ਲੈ ਲਈਏ, ਇੰਡਸਟਰੀਅਲ ਵਰਕਰਸ ਨੂੰ ਲੈ ਲਈਏ, ਮੁਲਾਜ਼ਮਾਂ ਨੂੰ ਲੈ ਲਈਏ, ਜਿਹੜੇ ਮਿਡਲ ਕਲਾਸ ਦੀਆਂ ਵੱਖਰੇ ਵੱਖਰੇ ਸੈਕਸ਼ਨ ਹੈਗੇ ਆ, ਉਹ ਹਰਕਤ ਵਿੱਚ ਹੀ ਸੀਗੇ। ਹਿੰਮਤ ਕੌਣ ਨਹੀਂ ਕਰ ਰਿਹਾ ਸੀਗਾ? ਹਿੰਮਤ ਨਹੀਂ ਕਰ ਰਹੀਆਂ ਸੀਗੀਆਂ ਪੋਲੀਟੀਕਲ ਪਾਰਟੀਆਂ, ਕਿਉਂਕਿ ਉਹਨਾਂ ਦਾ ਹਰ ਬੰਦਾ ਇਸ ਗੱਲ ਤੋਂ ਡਰਿਆ ਹੋਇਆ ਸੀਗਾ ਕਿ ਈਡੀ ਆਇਆ ਕਿ ਆਇਆ, ਹਨਾ। ਤੇ ਉਹਨਾਂ ਨੂੰ ਇਹ ਜਹਾਂ ਡਰ ਜੀ ਪੈ ਗਿਆ। ਉਸ ਮਾਮਲੇ ਤੇ ਬੇਰੁਜ਼ਗਾਰ ਨੌਜਵਾਨਾਂ ਨੇ ਬਹੁਤ ਵੱਡੇ ਪੱਧਰ ਤੇ ਮੁਜ਼ਾਹਰੇ ਕੀਤੇ। ਬਿਲ ਜਿਹੜਾ ਅਗਨੀਵੀਰ ਵਾਲਾ ਨਵੀਂ ਸਕੀਮ ਲੈ ਕੇ ਆਈ ਸੀਗੀ ਕੇਂਦਰ ਸਰਕਾਰ ਫੌਜ 'ਚ ਭਰਤੀ ਲਈ। ਹਾਂ, ਉਹ ਇਸ ਦੇ ਨਾਲ ਇਹ ਸ਼ੁਰੂ ਹੋਇਆ, ਕਿਉਂਕਿ ਇਹ ਇਸ਼ੂ ਬਹੁਤ ਤਾਜ਼ਾ ਆ, ਜਿਹੜਾ ਅਗਨੀਪਥ। ਪਰ ਉਹ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਆਪਣੇ ਐਜੂਕੇਸ਼ਨ ਦੇ ਮਸਲੇ ਸੀ, ਤੁਸੀਂ ਯੂਨੀਵਰਸਿਟੀਆਂ 'ਚ ਦੇਖੋ ਕਿਸ ਤਰ੍ਹਾਂ ਹਲ ਚੱਲ ਰਹੀ ਆ ਪਿੱਛੇ ਵੱਖਰੇ ਵੱਖਰੇ ਇਸ਼ੂਜ਼ ਨੂੰ ਲੈ ਕੇ, ਭਾਵੇਂ ਉਹ ਫੀਸਾਂ ਦਾ ਸੀਗਾ, ਭਾਵੇਂ ਜਿਹੜਾ ਇਹ ਨਵੀਂ ਨਿਊ ਐਜੂਕੇਸ਼ਨ ਪਾਲਿਸੀ ਸੀ, ਇਹਦੇ ਉੱਤੇ ਆਪਣੇ ਆਪ ਦੇ ਵਿੱਚ ਉਹ ਮਾਸ ਮੋਬਿਲਾਈਜੇਸ਼ਨ ਕਿੰਨੀ ਹੋਈ ਆ ਉਹ ਆਪਣੇ ਜਗ੍ਹਾ ਤੇ ਆ। ਲੇਕਿਨ ਮਨਾਂ ਦੇ ਵਿੱਚ ਜੋ ਕੁਝ ਉੱਠਿਆ ਹੋਇਆ ਇਸ ਪਾਲਿਸੀ ਦੇ ਖਿਲਾਫ, ਨਵੀਂ ਐਜੂਕੇਸ਼ਨ ਪਾਲਿਸੀ ਦੇ ਖਿਲਾਫ, ਉਹ ਆਪਣੀ ਜਗ੍ਹਾ ਤੇ ਹੈਗਾ। ਉਹ ਲੋਕ ਆਪਣੇ ਆਪ ਦੇ ਵਿੱਚ ਜਿਹੜਾ ਨਾ ਉਹ ਸੰਘਰਸ਼ ਵਿੱਢਿਆ ਹੋਇਆ ਸੀ ਉਹਨਾਂ ਨੇ। ਉਹ ਆਪਣੇ ਇੱਕ ਸੈਕਸ਼ਨਲ ਜਿੱਦਾਂ ਦਾ ਨਾ ਕਲਾਸ ਲੈਵਲ ਦੇ ਉੱਤੇ ਜਾਂ ਸ਼੍ਰੇਣੀ ਦੇ ਲੈਵਲ ਦੇ ਉੱਤੇ ਉਹ ਆਪਣਾ ਸੰਘਰਸ਼ ਕਰੀ ਜਾ ਰਹੇ ਸੀ, ਲੇਕਿਨ ਉਹਨਾਂ ਦੀ ਪੋਲੀਟੀਕਲਾਈਜੇਸ਼ਨ ਦਾ ਕੋਈ ਰਸਤਾ ਨਹੀਂ ਨਿਕਲ ਰਿਹਾ ਸੀਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਹਿੰਮਤ ਨਹੀਂ ਕਰ ਰਹੀਆਂ ਸੀਗੀਆਂ। ਹੁਣ ਉਹ ਜਦੋਂ ਆ ਗਈਆਂ, ਇੱਕ ਗੱਲ ਆਪਾਂ ਇੱਥੇ ਹੋਰ ਇੱਕ ਡਿਫਾਈਨ ਕਰ ਲਈਏ ਚਲੋ ਕਿ ਜੀ, ਦੇਖੋ ਸੰਖੇਪ 'ਚ ਰੱਖਿਓ, ਆਪਾਂ ਟਾਈਮ ਸਮਾਪਤ ਹੋ ਰਿਹਾ ਪ੍ਰੋਗਰਾਮ ਦਾ ਜੀ। ਹਾਂ, ਹਾਂ, ਲੋਕ ਬਹਾਦਰ ਬਹੁਤ ਹੁੰਦੇ ਆ ਔਰ ਬੜੇ ਬਹਾਦਰਾਨਾ ਕਾਰਨਾਮੇ ਕਰਦੇ ਆ, ਪਰ ਕਿਸੇ ਬੰਦੇ ਦੀ ਜਾਂ ਕਿਸੇ ਸੈਕਸ਼ਨ ਦੀ ਕਿਸੇ ਵੀ ਬਹਾਦਰ ਦੀ ਕਾਰਵਾਈ ਨੂੰ, ਸਾਰੀਆਂ ਕਾਰਵਾਈਆਂ ਨੂੰ ਲੋਕ ਆਪਣਾ ਹੀਰੋ ਨਹੀਂ ਮੰਨ ਲੈਂਦੇ, ਉਹਨੂੰ ਨਹੀਂ ਮੰਨ ਲੈਂਦੇ। ਲੇਕਿਨ ਉਹ ਬੰਦੇ ਨੂੰ ਹੀਰੋ ਮੰਨ ਲੈਂਦੇ ਜਿਹੜੇ ਲੋਕਾਂ ਦੀਆਂ ਇੱਛਾ ਜਾਂ ਲੋਕ ਜੋ ਕੁਝ ਕਰਨਾ ਚਾਹੁੰਦੇ ਆ, ਜਦੋਂ ਉਹ ਹੀਰੋ ਉਹ ਕਰਦਾ ਹੈ ਤਾਂ ਲੋਕ ਉਹਨੂੰ ਆਪਣਾ ਹੀਰੋ ਮੰਨ ਲੈਂਦੇ ਆ, ਹੈ ਨਾ। ਔਰ ਇਸੇ ਤਰ੍ਹਾਂ ਜਦੋਂ ਇਹ ਹੈਗਾ ਪੁਰਾਣੀ ਡੈਫੀਨੇਸ਼ਨ, ਜਦੋਂ ਜਮਹੂਰੀਅਤ ਦੇ, ਗਣਤੰਤਰ ਦੇ, ਲੋਕਤੰਤਰ ਦੇ ਰਾਜ ਦੇ ਤਾਂ ਉਹ ਪੋਲੀਟੀਕਲ ਪਾਰਟੀ ਜੋ ਲੋਕ ਲੜਨਾ ਕਰਨਾ ਚਾਹੁੰਦੇ ਆ, ਜਦੋਂ ਉਹ ਕੋਈ ਪਾਰਟੀ ਉਹਨਾਂ ਵਾਂਗ ਲੜ ਜਾਂਦੀ ਤਾਂ ਲੋਕ ਉਹਨੂੰ ਅਪਣਾ ਲੈਂਦੇ ਆ, ਹਨਾ। ਔਰ ਇਹ ਇੱਕ ਦੌਰ ਸ਼ੁਰੂ ਹੋ ਗਿਆ, ਲੋਕ ਇਹ ਕਰਨਾ ਚਾਹੁੰਦੇ ਸੀਗੇ ਔਰ ਉਹਦੇ 'ਚ ਪੋਲੀਟੀਕਲ ਪਾਰਟੀਆਂ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹਦੇ 'ਚ ਇੱਕ ਨੇ ਨਹੀਂ ਕੀਤਾ ਹੋਇਆ, ਚਾਹੇ ਸ਼ੁਰੂਆਤ ਭਾਵੇਂ ਕਾਂਗਰਸ ਨੇ ਕੀਤੀ ਆ, ਜਿਹੜਾ ਉਹਨੂੰ ਉੱਥੇ ਰਿਸਪੌਂਸ ਮਿਲਿਆ, ਜਿਹੜਾ ਉਹਤੇ ਸਿਵਲ ਸੁਸਾਇਟੀ ਦੇ ਲੋਕ ਨਾਲ ਰਲੇ, ਉਹ ਤਾਂ ਸ਼ੁਰੂ 'ਚ ਹੀ ਉਹ ਮਿਥ ਕੇ ਹੀ ਸ਼ੁਰੂ ਕੀਤਾ ਕਿ ਠੀਕ ਹੈ ਤੁਹਾਡੇ ਨਾਲ ਚੱਲਾਂਗੇ। 2 ਮੀਟਿੰਗਾਂ ਹੋਈਆਂ, ਬੰਬੇ 'ਚ ਹੋਈ, ਦਿੱਲੀ 'ਚ ਹੋਈ। ਲੇਕਿਨ ਹੁਣ ਜੋ ਹੁੰਗਾਰਾ ਮਿਲਿਆ ਉਹ ਪਤਾ ਹੀ ਲੱਗਿਆ ਕਿ ਜਿਹੜਾ 150 ਸੀਗਾ ਉਹਨਾਂ ਦਾ ਯੂਨਿਟ, ਉਹ ਸ਼ਾਇਦ 200 ਤੋਂ ਜਾਂ 250 ਦੇ ਨੇੜੇ ਪਹੁੰਚਾ ਹੋਇਆ। ਉਹ ਤੋਂ ਇਲਾਵਾ ਜੰਡੂ ਸਾਹਿਬ ਜੋ ਹੁਣ ਰੀਸੈਂਟ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਇਹ ਤਾਂ 119 ਜਣੇ ਚੱਲੇ ਆ ਨਾ, 118 ਪਲੱਸ ਰਾਹੁਲ ਗਾਂਧੀ ਜਿਹਨੂੰ ਆਪਣਾ ਲੀਡਰ ਮੰਨ ਕੇ ਚੱਲਦੇ ਆ ਉਹ। ਜੀ ਜੀ ਔਰ ਜੀ ਜੀ। ਉਹ ਤੋਂ ਇਲਾਵਾ ਕੁਝ ਹੋਰ ਬੰਦਿਆਂ ਨੇ, ਸਿਵਲ ਸੁਸਾਇਟੀ ਦੇ ਲੋਕਾਂ ਨੇ ਇਹ ਇੱਛਾ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਅਸੀਂ ਥਰੂ ਆਊਟ ਨਾਲ ਚੱਲਣਾ ਚਾਹੁੰਦੇ ਹਾਂ ਔਰ ਸ਼ਾਇਦ ਫਿਰ ਇਹ ਕਾਫਲਾ ਜਿਹੜਾ ਰੈਗੂਲਰ ਚੱਲਣ ਵਾਲਾ ਉਹ ਵੀ ਵੱਡਾ ਹੋ ਜਾਵੇ। ਜਿੱਥੋਂ ਉਹ ਸ਼ੁਰੂ ਕੀਤਾ ਉਹਨਾਂ ਨੇ, ਉੱਥੋਂ ਜੋ ਹੁੰਗਾਰਾ ਮਿਲਿਆ ਆ ਉਹ ਅੱਜ ਸਾਹਮਣੇ ਆ ਗਿਆ। ਔਰ ਕਿਸ ਤਰ੍ਹਾਂ ਢੋਲ ਢਮੱਕਿਆਂ ਦੇ ਨਾਲ ਜਿਹੜਾ ਨਾ ਉਹ ਜਿਹੜੀ ਲੋਕਲ ਪਾਪੂਲੇਸ਼ਨ ਹੈਗੀ ਆ, ਉਹਨਾਂ ਨੇ ਆਪਣੀ ਇੱਛਾ ਔਰ ਜੋਸ਼ੋ ਖਰੋਸ਼ ਨਜ਼ਰ ਆਉਂਦਾ ਸੀਗਾ, ਹਨਾ। ਔਰ ਲੱਗਦਾ ਸੀਗਾ ਔਰ ਇਹ ਇਹਨਾਂ ਦਾ ਜਿਹੜਾ ਕੈਡਰ ਤੁਰਿਆ ਹੋਇਆ ਉਹਨਾਂ 'ਚ ਵੀ ਬੜਾ ਜੋਸ਼ ਨਜ਼ਰ ਆਉਂਦਾ ਸੀਗਾ ਤੇ ਗਿਣਤੀ ਵੀ ਕਾਫੀ ਸੀ। ਜਿੱਥੋਂ ਦੀ ਲੰਘਣਗੇ, ਵੱਡੀ ਗੱਲ ਕੀ ਹੋਈ ਆ
ਕਿ ਉਹ ਹੁਣ ਕਾਂਗਰਸ ਦਾ ਨਾਂ ਸਿਵਲ ਸੁਸਾਇਟੀ ਦਾ, ਕਿਉਂਕਿ ਉਹਨਾਂ ਨੂੰ ਤਿਰੰਗਾ ਝੰਡਾ ਫਹਰਾਉਣ ਵਾਲਿਆਂ ਦੇ ਵਿੱਚ ਸਟਾਲਿਨ ਵੀ ਸੀਗਾ ਔਰ ਉੱਥੋਂ ਦਾ ਚੀਫ ਮਿਨਿਸਟਰ ਵੀ ਸੀਗਾ। ਇਹਦਾ ਮਤਲਬ ਕੀ ਆ ਕਿ ਭਾਵੇਂ ਉੱਥੇ ਕਾਂਗਰਸ ਦੀ ਇਕੱਲਿਆਂ ਦੀ ਨਹੀਂ, ਜਿਨ੍ਹਾਂ ਦੇ ਨਾਲ ਉੱਥੇ ਸਾਂਝਾ ਸੀ ਜਾਂ ਜਿੱਥੋਂ ਜਿਹੜੇ ਲੋਕ ਲੜ ਜਾਣਾ ਚਾਹੁੰਦੇ ਆ ਬੀਜੇਪੀ ਦੇ ਖਿਲਾਫ, ਉਹਨਾਂ ਦਾ ਕੈਡਰ ਵੀ ਪੋਜ਼ਿਟਿਵ ਹੁੰਗਾਰਾ ਦੇਗਾ, ਚਾਹੇ ਉਹ ਨਾਲ ਤੁਰੇ ਤੇ ਚਾਹੇ ਨਾ ਤੁਰੇ। ਲੇਕਿਨ ਸਿਚੁਏਸ਼ਨ ਐਸੀ ਹੋ ਵੀ ਸਕਦੀ ਆ ਇੱਕ ਸਟੇਜ ਤੇ ਜਾ ਕੇ ਕਿ ਉਹ ਨਾਲ ਹੀ ਤੁਰ ਪੈਣ ਕਿ ਚਲੋ ਜ਼ਿਲ੍ਹਾ ਟਪਾ ਕੇ ਆਨੇ ਆ, ਹਨਾ, ਚਲੋ ਸਟੇਟ ਦਾ ਆਪਣੀ ਸਟੇਟ ਦੇ ਵਿੱਚ ਜ਼ਰੂਰ ਤੁਰਦੇ ਆ। ਇਦਾਂ ਦਾ ਐਕਸਪ੍ਰੈਸ਼ਨ ਜਿਹੜਾ ਹੈ ਨਾ ਉਹ ਇੱਥੇ ਹੋਇਆ। 3 ਚੀਫ ਮਿਨਿਸਟਰ ਸੀਗੇ, ਜਿਹ 'ਚ ਚੌਥੇ ਇਹ ਸੀਗੇ, ਆਪਣੇ 3 ਤਾਂ ਕਾਂਗਰਸ ਦੇ ਸੀ, ਚੌਥੇ ਜਿਹੜਾ ਆਪਣੇ ਤਾਮਿਲਨਾਡੂ ਦੇ ਸੀਗੇ, ਜਿਹੜਾ ਉਹਨਾਂ ਨੂੰ ਉਤਸ਼ਾਹ ਦੇ ਨਾਲ ਤੋਰਨ ਵਾਲੇ ਸੀ। ਜਿੱਥੋਂ ਮਾਸ ਲੈਵਲ ਤੱਕ ਆਪਾਂ ਦੇਖਦੇ ਹਾਂ, ਜਿਉਂ-ਜਿਉਂ ਹੁਣ ਇਹ ਤੁਰਨਗੇ, ਨਿਕਲਣਗੇ, ਲੋਕਾਂ ਦਾ ਵੀ ਡਰ, ਜਿਹੜਾ ਲੋਕ ਪਹਿਲਾਂ ਹੀ ਸੰਘਰਸ਼ 'ਚ ਗਏ ਉਹਨਾਂ ਦਾ ਹੋਰ ਵੀ ਡਰ ਲੈ ਗਿਆ। ਉਤਸ਼ਾਹ ਇਸ ਕਰਕੇ ਹੋ ਗਿਆ ਕਿ ਪੋਲੀਟੀਕਲ ਲੋਕ ਨਾਲ ਤੁਰ ਪਏ, ਅੱਗੇ ਲੱਗ ਗਏ ਆ। ਚਨਾ ਸੰਖੇਪ ਆਪਣਾ ਸਮਾਂ ਸਮਾਪਤ ਹੋ ਰਿਹਾ, ਸੰਖੇਪ। ਸੋ ਇਸ ਕਰਕੇ concluding ਦੋਵੇਂ ਗੱਲਾਂ, ਇੱਕ ਫਰੰਟ ਜਿਹੜਾ ਉਸਰ ਰਿਹਾ ਉਹ, ਤੇ ਇੱਕ ਜਿਹੜਾ ਹੋ ਰਿਹਾ ਜਨਤਕ ਮੋਬਿਲਾਈਜੇਸ਼ਨ ਹੋ ਰਹੀ ਆ, ਉਹਦੇ 'ਚ ਦੋਹਾਂ ਦੇ ਵਿੱਚ ਹੀ ਜਿਹੜਾ ਨਾ ਹੋਰ ਕੰਸੋਲੀਡੇਸ਼ਨ ਹੋਣ ਦਾ ਜਿਹੜਾ ਨਾ ਉਹ ਇੱਕ ਹਾਲਾਤ ਪੈਦਾ ਹੋ ਰਹੇ ਆ। ਮਮਤਾ ਬੈਨਰਜੀ ਨੇ ਪਹਿਲਾਂ ਨਹੀਂ ਸੀ ਉਹ ਬੋਲੀ, ਲੇਕਿਨ ਅੱਜ ਬੋਲੀ ਆ ਨਿਤੀਸ਼ ਕੁਮਾਰ ਦਾ ਸਾਥ ਦੇਂਦਾ ਜਾਂ ਵਿਰੋਧੀ ਧਿਰ। ਲੇਕਿਨ ਇੱਕ ਜਿਹੜੇ ਛੋਟੀਆਂ-ਛੋਟੀਆਂ ਹੋਰ ਗੱਲਾਂ ਕਿ ਉਹਦਾ ਕਾਂਗਰਸ ਦੇ ਨਾਲ, ਕਾਂਗਰਸ ਦਾ ਨਾਂ ਨਹੀਂ ਲੈਂਦੀ, ਹੈ ਨਾ, ਕਿਉਂਕਿ ਕਾਂਗਰਸ ਦੇ ਨਾਲ ਉਹਦਾ ਬਹਿਣਾ ਉੱਠਣਾ ਸ਼ਾਇਦ ਅਜੇ ਸੰਭਵ ਨਹੀਂ ਹੈ। ਲੇਕਿਨ ਜਦੋਂ ਮੂਵਮੈਂਟ ਚੜ੍ਹੀ ਫਿਰ ਸ਼ਾਇਦ ਇਹੋ ਜਿਹੀ ਗੱਲ ਫਿਰ ਪਿੱਛੇ ਜਿਹੜੀ ਨਾ ਉਹਨਾਂ ਨੂੰ ਰੱਖਣੀ ਪੈ ਜਾਵੇ। ਇਸੇ ਤਰ੍ਹਾਂ ਹੀ ਜਿਹੜੇ ਤੇਲੰਗਾਨਾ ਦੇ ਚੀਫ ਮਿਨਿਸਟਰ ਹੈਗੇ ਆ, ਉਹਨਾਂ ਨੂੰ ਵੀ ਸ਼ਾਇਦ ਕਾਂਗਰਸ ਇੰਨਾ ਜਿਹੜਾ ਨਾ ਪਾਉਂਦੀ ਨਹੀਂ ਹੈ ਵੀ ਇਹਦੇ ਤੋਂ ਬਿਨਾਂ। ਲੇਕਿਨ ਹਾਲਾਤ ਇਹ ਆ ਕਿ ਕੋਈ ਫਰੰਟ ਨਹੀਂ ਉਸਰ ਸਕਦਾ ਜਿਹਦੇ 'ਚ ਕਾਂਗਰਸ ਦਾ ਜਿਹੜਾ ਨਾ ਉਹ ਕੇਂਦਰੀ ਰੋਲ ਨਾ ਹੋਵੇ। ਚੀਫ ਮਿਨਿਸਟਰ ਕੌਣ ਹੁੰਦਾ ਕੌਣ ਨਹੀਂ ਹੁੰਦਾ ਇਹ ਅਜੇ ਏਜੰਡੇ ਤੇ ਹੈ ਹੀ ਨਹੀਂ। ਉਹ ਜਦੋਂ ਮੂਵਮੈਂਟ ਚੜੂਗੀ, ਔਰ ਨਿਤੀਸ਼ ਕੁਮਾਰ ਨੇ ਖੁਦ ਕਹਿਤਾ ਕਿ ਜੀ ਮੈਂ ਤਾਂ ਕੈਂਡੀਡੇਟ ਨਹੀਂ, ਹੈ ਨਾ, ਇੱਕ ਪੋਲੀਟੀਕਲ ਸਟੇਟਮੈਂਟ ਹੈਗੀ ਹੈ ਕਿ ਮੈਂ ਤਾਂ ਹੈ ਹੀ ਨਹੀਂ। ਔਰ ਦੂਸਰੇ ਪਾਸੇ ਰਾਹੁਲ ਗਾਂਧੀ ਤਾਂ ਆਪਣੀ ਪਾਰਟੀ ਦਾ ਵੀ ਅਜੇ ਪ੍ਰਧਾਨਗੀ ਜਿਹੜੀ ਹੈ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਇਹਦੇ ਬਾਵਜੂਦ ਹੀ ਕਹੀ ਜਾਂਦੇ ਕਿਸੇ ਹੋਰ ਨੂੰ ਬਣਾਓ, ਪ੍ਰਿਯੰਕਾ ਦਾ ਨਾਮ ਵੀ ਨਾ ਲਓ। ਔਰ ਇਸੇ ਤਰ੍ਹਾਂ ਜੇ ਉਹ ਕਹਿੰਦੇ ਕਿ ਪੋਲੀਟੀਕਲ ਪਾਰਟੀ ਦਾ ਹੀ ਉਹ ਪ੍ਰਧਾਨ ਨਹੀਂ, ਤਾਂ ਫਿਰ ਉਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਕਿ ਜੀ ਉਹ PM ਦਾ ਕੈਂਡੀਡੇਟ ਹੈ। ਲੋਕ ਕਹੀ ਜਾਂਦੇ ਆ, ਉੱਥੇ ਮਾਈਕ ਵਾਲੇ ਤੁਰੇ ਫਿਰਦੇ ਸੀਗੇ, ਪੁੱਛਦੇ ਲੋਕਾਂ ਨੂੰ, ਉਹ ਕਹੀ ਜਾਂਦੇ ਕਿ ਜੀ ਅਗਲਾ ਪ੍ਰਧਾਨ ਮੰਤਰੀ ਜਿਹੜਾ ਨਾ। ਸੋ ਇਸ ਕਰਕੇ ਕਹਿਣ ਤੋਂ ਮੇਰਾ ਮਤਲਬ ਹੈ ਕਿ ਇੱਕ ਪੋਜ਼ਿਟਿਵ ਡਿਵੈਲਪਮੈਂਟ ਜਿਹੜੀ ਆ ਉਹ ਸਾਫ਼ ਨਜ਼ਰ ਆ ਰਹੀ ਆ, ਔਰ ਉਹ ਉੱਦਾਂ ਹੀ ਨਹੀਂ ਹੈ, ਔਰ ਦੇਰ ਤੱਕ ਚੱਲਣ ਵਾਲੀ ਚੀਜ਼ ਆ। ਹੁਣ ਤੁਰੀ ਆਮ ਆਦਮੀ ਪਾਰਟੀ, ਫਿਰ ਦੂਜੀਆਂ ਵੀ ਤੁਰਨਗੀਆਂ। ਔਰ ਉਹਨਾਂ ਨੇ ਜੇ ਆਪਣੀ ਤਾਕਤ ਨੂੰ ਬਣਾ ਕੇ ਰੱਖਣਾ, ਆਪਣੇ ਫੋਲੋਅਰਸ ਨੂੰ ਸੰਭਾਲ ਕੇ ਰੱਖਣਾ, ਤਾਂ ਉਹਨਾਂ ਨੂੰ ਵੀ ਇੱਦਾਂ ਦੀਆਂ ਯਾਤਰਾਵਾਂ ਜਿਹੜੀਆਂ ਕਰਨੀਆਂ ਪੈਣਗੀਆਂ ਜਾਂ ਕੋਈ ਹੋਰ ਤਰੀਕਾ ਅਖਤਿਆਰ ਕਰਨਾ ਪਏਗਾ ਮੋਬਿਲਾਈਜ਼ ਕਰਨ ਦਾ। ਜਾਣਾ ਇੱਥੇ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਪ੍ਰੋਗਰਾਮ ਦਾ। ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ, ਕਿਉਂਕਿ ਤੁਹਾਡਾ ਹੰਗਾਰਾ ਹੀ ਜਿਹੜਾ ਹੈ ਉਹੀ ਸਾਡਾ ਮੁੱਖ ਪ੍ਰੇਰਨਾ ਸਰੋਤ ਆ। ਔਰ ਪਿਛਲੇ ਸਮੇਂ 'ਚ ਜਿਹੜਾ ਤੁਹਾਡੇ ਵੱਲੋਂ ਹੰਗਾਰਾ ਮਿਲਿਆ ਹੈਗਾ, ਉਹਦੀ ਬਦੌਲਤ ਹੀ ਅਸੀਂ ਹੁਣ ਤੱਕ 131 ਵੀਡੀਓ ਜਿਹੜੀਆਂ ਉਹ ਤੁਹਾਡੇ ਕੋਲ ਪੇਸ਼ ਕਰ ਚੁੱਕੇ ਹਾਂ। ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਚਾਨਾ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਜਿਸ ਢੰਗ ਨਾਲ ਦੇਸ਼ ਦੇ ਅੰਦਰ ਇਸ ਵੇਲੇ 2 ਜਿਹੜੀਆਂ ਧਰਾਵਾਂ ਤੇ ਕੰਮ ਹੋ ਰਿਹਾ, ਇੱਕ ਪਾਸੇ ਤਾਂ ਨਿਤੀਸ਼ ਕੁਮਾਰ ਹੋਣੀ ਜਿਹੜੇ ਹੈ ਉਹਨਾਂ ਨੇ ਕਮਾਂਡ ਸੰਭਾਲੀ ਹੋਈ ਹੈ ਤੇ ਉਹ ਸਾਰੇ ਪੋਲੀਟੀਕਲ ਪਾਰਟੀਆਂ ਨੂੰ, ਵਿਰੋਧੀ ਪਾਰਟੀਆਂ ਨੂੰ ਇੱਕ ਮੰਚ ਤੇ ਲਿਆਉਣ ਲਈ ਯਤਨਸ਼ੀਲ ਹੈ। ਤੇ ਦੂਸਰੇ ਪਾਸੇ ਕਾਂਗਰਸ ਨੇ ਜਿਹੜੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ, ਉਹ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸਿਵਲ ਸੁਸਾਇਟੀ ਦੇ ਗਰੁੱਪ ਵੀ ਤੇ ਪਾਰਟੀ ਵੀ ਉਹ ਜਿਹੜੀ ਮਾਸ ਮੋਬਿਲਾਈਜੇਸ਼ਨ ਦੇ ਤੁਰੀ ਹੈ। ਤੇ ਲੱਗਦਾ ਹੈ ਕਿ ਇਹ ਦੋਨੋਂ ਮਿਲ ਕੇ ਆਉਣ ਵਾਲੇ ਸਮੇਂ ਦੇ ਅੰਦਰ 2024 ਚ ਬਣਨ ਵਾਲੀ ਤਸਵੀਰ ਨੂੰ ਬਦਲਣ ਦੇ ਜਿਹੜਾ ਰਾਹ ਹੈ ਉਹ ਉਸ ਨੂੰ ਪੱਕਾ ਕਰਨਗੇ, ਉਸ ਦੇ ਉੱਤੇ ਹੋਰ ਅੱਗੇ ਜਿਹੜੀ ਹੈ ਗੱਲ ਤੁਰੇਗੀ। ਇਸ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ ਜੰਡੂ ਸਾਹਿਬ, ਥੈਂਕ ਯੂ ਵੈਰੀ ਮਚ।